रसूलां दी सिक्ख्या अते संगत विच अते रोटी तोड़न और प्रार्थना करन विच लगे रहे। लगातार रसूलां दी संगत ते प्रार्थना जिदा जिदा लिखा उदा तो पढ़ो। अते वो लगातार रसूलां दी सिक्ख्या की है नंबर 1 सिक्ख्या, नंबर 2 संगत, नंबर 3 रोटी तोड़, नंबर 4 प्रार्थना करन। हालेलुया। लगातार लगातार रसूलां दे कोलों सिक्ख्या प्राप्त हालेलुया की करते सी लगे रहे। आज रसूलां दे कोल दुनिया कादे लई जा रही है? मौजूदा वास्ते। ये कादे लई जांदे सी? सिक्ख्या पाउण वास्ते। सिक्ख्या कादे लई पाउणा चाहुंदे सी? सिख रहे ना सी ਅਸੀਂ ਇੱਕ ਦੂਜੇ ਨਾਲ ਸਵਾਲ ਕਰੀਏ। ਹਾਲੇਲੂਇਆ। ਦੋਵਾਂ ਚ ਸ਼ਾਮਲ ਹੋਣ ਦੇ ਲਈ। ਹਾਲੇਲੂਇਆ। ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਸ਼ੁਰੂ ਕਰੀਏ ਅੱਗੇ ਪਿਛਲੇ ਦਿਨਾਂ ਦੇ ਜੋ ਕੁਝ ਵੀ ਅੱਜ ਤੱਕ ਅਸੀਂ ਸਿੱਖਿਆ ਉਹਦੇ ਮੁਤਲਕ ਕੋਈ ਵੀ ਸਵਾਲ ਐਸਾ ਹੋਵੇ ਜਿਹੜਾ ਕਲੀਅਰ ਨਾ ਹੋਵੇ ਤੁਹਾਡੇ ਮਨ ਵਿੱਚ, ਕੋਈ ਐਸੀ ਗੱਲ ਹੋਵੇ, ਕੋਈ ਵੀ ਐਸੀ ਗੱਲ ਜਿਹੜੀ ਮਤਲਬ ਨਾ ਫਿੱਟ ਬੈਂਦੀ ਹੋਵੇ ਜਾਂ ਸਮਝ ਨਾ ਆਉਂਦੀ ਹੋਵੇ ਜਾਂ ਬੰਦਾ ਸੋਚਦਾ ਹੋਵੇ ਨਹੀਂ ਇਦਾਂ ਨਹੀਂ ਗੀ, ਸ਼ਾਇਦ ਉਹਦੇ ਦਿਮਾਗ 'ਚ ਕੋਈ ਹੋਵੇ ਇਦਾਂ ਦੀਆਂ ਵਰਸਾਂ ਜਾਂ ਕੋਈ ਐਸੀ ਗੱਲ ਜਿਹੜੀ ਉਹਨੂੰ ਹੋਰ ਜ਼ਿਆਦਾ ਕਲੀਅਰ ਕਰ ਸਕਦੀ ਹੋਵੇ, ਕੋਈ ਐਸਾ ਸਵਾਲ। ਹਾਲੇਲੂਇਆ। ਜੋ ਕੁਝ ਅਸੀਂ ਸਿੱਖਿਆ ਪਿਛਲੇ ਸਾਲ 1.5 ਸਾਲ ਦੇ ਵਿੱਚ ਉਹਨੂੰ ਲੈ ਕੇ ਕੋਈ ਐਸਾ ਸਵਾਲ। ਹਾਲੇਲੂਇਆ ਹਾਲੇਲੂਇਆ। ਸੋ ਚਲੋ ਅਸੀਂ ਦੇਖਦੇ ਹਾਂ ਕਲਾਮ ਦੇ ਵੱਲ। ਪਹਿਲੀ ਸਦੀ ਦੇ ਵਿੱਚ ਜਦੋਂ ਕਲੀਸਿਆ ਦਾ ਜਨਮ ਹੋਇਆ, ਸ਼ੁਰੂਆਤੀ ਤੌਰ ਦੇ ਉੱਤੇ ਉਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਖੂਬੀਆਂ ਪਾਈਆਂ ਗਈਆਂ ਔਰ ਕਲਾਮ ਦੇ ਅਨੁਸਾਰ ਜੋ ਹੁਕਮ ਸੀ ਉਹਨਾਂ ਦੇ ਮੁਤਾਬਕ ਉਹ ਆਪਣੇ ਜੀਵਨ ਨੂੰ ਜਿਉਂਦੇ ਸੀਗੇ। ਔਰ ਰਸੂਲਾਂ ਦੀ ਕਿਤਾਬ 2 ਅਧਿਆਇ 42 ਵਿੱਚ ਸਾਫ਼ ਕਰਕੇ ਲਿਖਿਆ ਗਿਆ ਉਹ ਲਗਾਤਾਰ ਰਸੂਲਾਂ ਦੇ ਕੋਲੋਂ ਸਿੱਖਿਆ ਪ੍ਰਾਪਤ ਕਰਦੇ। ਅੱਜ ਸਿੱਖਿਆ ਦੇ ਨਾਲ ਲੋਕਾਂ ਦਾ ਲਗਾਓ ਘਟਿਆ, ਬਾਕੀ ਚੀਜ਼ਾਂ ਦੇ ਨਾਲ ਲਗਾਓ ਜ਼ਿਆਦਾ। ਉਹਦੇ ਬਾਰੇ ਅਸੀਂ ਕਈ ਵਾਰੀ ਸਿੱਖ ਚੁੱਕੇ ਹਾਂ। ਉਹ ਇਸੇ ਕਰਕੇ ਕਿਉਂਕਿ ਸਿੱਖਿਆ ਪ੍ਰਾਪਤ ਲੋਕ ਬਹੁਤ ਘੱਟ ਫੇਮਸ ਹੁੰਦੇ ਆ। ਸਿੱਖਿਆ ਪਾਏ ਹੋਏ ਲੋਕਾਂ ਨੂੰ ਬਹੁਤ ਘੱਟ ਇੱਜ਼ਤ ਮਿਲਦੀ ਹੈ। ਸਿੱਖਿਆ ਪਾਏ ਹੋਏ ਲੋਕਾਂ ਦੇ ਮਗਰ ਬਹੁਤ ਘੱਟ ਲੋਕ ਚੱਲਦੇ ਆ। ਸਿੱਖਿਆ ਪ੍ਰਾਪਤ ਕੀਤੇ ਹੋਏ ਲੋਕਾਂ ਦਾ ਬਹੁਤ ਘੱਟ ਨਾਮ ਹੁੰਦਾ ਹੈ। ਜਦੋਂ ਤੱਕ ਉਹ ਜਿਉਂਦੇ ਰਹਿੰਦੇ ਆ ਉਦੋਂ ਤੱਕ ਉਹਨਾਂ ਦੀ ਕਦਰ, ਜਦੋਂ ਉਹ ਮਰ ਜਾਂਦੇ ਆ ਫਿਰ ਉਹਨਾਂ ਦੀਆਂ ਹੀ ਕਿਤਾਬਾਂ ਫੇਮਸ ਹੋ ਜਾਂਦੀਆਂ ਤੇ ਲੋਕੀ ਕਹਿੰਦੇ ਰੋਨਾਲਡ ਬੌਂਕੇ ਨੇ ਇਹ ਲਿਖਿਆ ਸੀ, ਬਿਲੀ ਗ੍ਰਾਮ ਨੇ ਇਹ ਲਿਖਿਆ ਸੀ, ਕੈਪਟਨ ਸੈਮੂਅਲ ਨੇ ਇਹ ਲਿਖਿਆ ਸੀ, ਸੰਤ ਯੂਹੰਨਾ ਨੇ ਇਹ ਲਿਖਿਆ ਸੀ, ਸੰਤ ਪੌਲੁਸ ਨੇ ਇਹ ਲਿਖਿਆ ਸੀ। ਪਰ ਜਦੋਂ ਤੱਕ ਉਹ ਇਸ ਜਹਾਨ ਦੇ ਵਿੱਚ ਇਸੇ ਸਿੱਖਿਆ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਖਿਲਾਫ ਕਈ ਤਰ੍ਹਾਂ ਦੇ ਛੜਯੰਤਰ, ਕਈ ਤਰ੍ਹਾਂ ਦੇ ਵਿਚਾਰ ਲੋਕ ਆਪਣੇ ਮਨਾਂ ਦੇ ਅੰਦਰ ਲਿਆਉਂਦੇ ਆ। ਇਸ ਲਈ ਕਿਉਂਕਿ ਲਿਖਿਆ ਜਿਹੜਾ ਸਮਝਦਾਰ ਇਨਸਾਨ ਆ ਉਹ ਸਿੱਖਿਆ ਪ੍ਰਾਪਤ ਕਰਨ ਦੇ ਲਈ ਉਹਨੂੰ ਪਤਾ ਲੱਗ ਜਾਵੇ ਵੀ ਕਿਤੋਂ ਸਿੱਖਿਆ ਮਿਲ ਸਕਦੀ ਆ, ਤੇ ਲਿਖਿਆ ਵੀ ਜਦੋਂ ਪਤਾ ਲੱਗ ਜਾਂਦਾ ਉਹ ਆਪਣਾ ਸਭ ਕੁਝ ਤਿਆਗ ਕਰਕੇ ਵੀ ਉਹਨੂੰ ਹਾਸਲ ਕਰਨ ਦੇ ਲਈ ਤਿਆਰ ਹੋ ਜਾਂਦਾ। ਹਾਲੇਲੂਇਆ। ਸਭ ਕੁਝ ਲਿਖਿਆ ਜਦੋਂ ਉਹਨੂੰ ਪਤਾ ਲੱਗ ਗਿਆ ਖੇਤ ਦੇ ਮਾਲਕ ਨੂੰ ਚੰਗੇ ਮੋਤੀ ਦਾ, ਤੇ ਉਹਨੇ ਆਪਣਾ ਖੇਤ ਹੀ ਵੇਚ ਦਿੱਤਾ। ਵਪਾਰੀ ਨੂੰ ਪਤਾ ਲੱਗਿਆ ਉਹਨੇ ਸਾਰਾ ਵਪਾਰ ਹੀ ਛੱਡ ਦਿੱਤਾ। ਇਸ ਲਈ ਬਾਈਬਲ ਦੱਸਦੀ ਹੈ ਕਿ ਸਿੱਖਿਆ ਤੇ ਸਭ ਕੁਝ ਤਿਆਗ ਕੇ, ਸਭ ਕੁਝ ਵੇਚ ਕੇ ਵੀ ਅਗਰ ਪ੍ਰਾਪਤ ਹੋ ਜਾਵੇ ਤੇ ਉਹਦੇ ਵਰਗੀ ਕੋਈ ਵੀ ਚੀਜ਼ ਨਹੀਂ ਹੈ। ਕਿਉਂਕਿ ਸਿੱਖਿਆ ਇੱਕ ਇਮਾਨਦਾਰ ਨੂੰ ਸਵਰਗ ਦੀ ਬਾਦਸ਼ਾਹ ਚ ਪਹੁੰਚਾਉਣ ਦੇ ਵਿੱਚ ਸਭ ਤੋਂ ਇੱਕ ਅਹਿਮ ਗੱਲ ਹੈ। ਹਾਲੇਲੂਇਆ। ਇਹਦੇ ਨਾਲ ਨਾਲ ਬਾਕੀ ਵੀ ਹੈ, ਲੇਕਿਨ ਸਭ ਤੋਂ ਪਹਿਲਾਂ ਸਿੱਖਿਆ। ਜਿਹੜਾ ਇਨਸਾਨ ਸਿੱਖਿਆ ਪ੍ਰਾਪਤ ਹੈ ਉਹ ਇਨਸਾਨ ਅਗਰ ਗਿਰ ਵੀ ਜਾਵੇ, ਲੇਕਿਨ ਉਹ ਸਿੱਖਿਆ ਜਿਹੜੇ ਉਹਦੇ ਅੰਦਰ ਪਰਮੇਸ਼ਵਰ ਨੇ ਰੱਖ ਦਿੱਤੀ ਆ ਉਹ ਉਹਨੂੰ ਚੈਨ ਦੇ ਨਾਲ ਰਹਿਣ। ਅਗਰ ਉਹ ਗਿਰ ਵੀ ਜਾਵੇ, ਮਸੀਹ ਤੋਂ ਪਿੱਛੇ ਵੀ ਹਟ ਜਾਵੇ, ਮਸੀਹ ਤੋਂ ਦੂਰ ਵੀ ਚਲਿਆ ਜਾਵੇ, ਪਰ ਫਿਰ ਵੀ ਜਿਹੜੀ ਅੰਦਰ ਉਹਦੇ ਸਿੱਖਿਆ ਹੈ, ਜਦ ਕਦੇ ਵੀ ਉਹਦਾ ਵਿਵੇਕ ਉਹਨੂੰ ਝੰਜੋੜੇਗਾ ਤੇ ਉਹਦੀ ਸਿੱਖਿਆ ਪ੍ਰਾਪਤ ਜਿਹੜੀ ਕੀਤੀ ਹੋਈ ਆ ਉਹਦੇ ਸਾਹਮਣੇ ਆਵੇਗੀ, ਉਹ ਉਹਨੂੰ ਦੁਬਾਰਾ ਤੋਂ ਖੁਦਾ ਦੇ ਨਾਲ ਚੱਲਣ ਦੇ ਲਈ ਤਿਆਰ ਕਰ। ਇਹ ਉਹਦੇ ਲਈ ਜਿਹੜਾ ਸਿੱਖਿਆ ਪਾਇਆ ਹੋਇਆ ਆ, ਔਰ ਜਿਹੜਾ ਸਿੱਖਿਆ ਪਾਇਆ ਹੋਇਆ ਉਹਦੇ ਲਈ ਬਚਾਓ ਦਾ ਕਿਤੇ ਨਾ ਕਿਤੇ ਪਰਮੇਸ਼ਵਰ ਜਿਹੜਾ ਆ ਰਾਹ ਕੱਢ ਦਿੰਦਾ ਆ। ਪਰ ਜਿਹਨੂੰ ਸਿੱਖਿਆ ਨਹੀਂ ਆ ਉਹ ਅਗਰ ਗਿਰ ਜਾਵੇ ਤੇ ਫਿਰ ਉਹਦੇ ਲਈ ਕੋਈ ਵੀ ਰਾਹ ਨਹੀਂ ਹੈ। ਇਹਨੂੰ ਕਹਾਵਤਾਂ ਦੀ ਕਿਤਾਬ ਦੇ ਵਿੱਚ ਸੁਲੇਮਾਨ ਨੇ ਬਿਲਕੁਲ ਕਲੀਅਰ ਕਰਕੇ ਲਿਖਿਆ ਕਿ ਜਿਹੜਾ ਸਿੱਖਿਆ ਪ੍ਰਾਪਤ ਆ
ਉਹਦਾ ਬਚਾਓ ਹੋਇਆ ਪਰਮੇਸ਼ਵਰ, ਪਰ ਜਿਹਨੇ ਸਿੱਖਿਆ ਨਹੀਂ ਪਾਈ ਉਹ ਕਿਸੇ ਵਕਤ ਵੀ ਗਿਰ ਸਕਦਾ ਹੈ ਔਰ ਦੁਬਾਰਾ ਉਹਦੇ ਵਾਸਤੇ ਕੋਈ ਵੀ ਰਾਹ ਰਹਿ ਨਹੀਂ ਜਾਂਦਾ। ਸੋ ਇਸ ਕਰਕੇ ਇਹ ਪਹਿਲੀ ਸਦੀ ਦੇ ਜਿਹੜੇ ਲੋਕ, ਪਹਿਲੀ ਜਿਹੜੀ ਕਲੀਸਿਆ ਬਣੀ ਸੀ, ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਗਰ ਅਸੀਂ ਮਸੀਹ ਦੇ ਵਿੱਚ ਮਜ਼ਬੂਤ ਹੋਣਾ ਆ, ਅਗਰ ਅਸੀਂ ਮਸੀਹ ਦੀ ਮਰਜ਼ੀ ਨੂੰ ਪੂਰਾ ਕਰਨਾ ਆ, ਅਗਰ ਅਸੀਂ ਮਸੀਹ ਦੀ ਦੁਲਹਨ ਬਣਨਾ ਆ, ਅਗਰ ਅਸੀਂ ਮਸੀਹ ਦਾ ਬਦਨ ਬਣਨਾ ਆ, ਤੇ ਸਾਡੇ ਲਈ ਜ਼ਰੂਰੀ ਆ ਇਹ ਹੁਕਮ ਜਿਹੜੇ ਪਰਮੇਸ਼ਰ ਸਾਨੂੰ ਦੇ ਗਿਆ ਅਸੀਂ ਉਹਨਾਂ ਨੂੰ ਪੂਰਾ ਕਰੀਏ। ਔਰ ਉਹਨੂੰ ਪੂਰਾ ਕਰਨ ਦਾ ਇੱਕੋ ਇੱਕ ਤਰੀਕਾ ਸੀ ਕਿ ਅਸੀਂ ਸਿੱਖਿਆ ਨੂੰ ਪ੍ਰਾਪਤ, ਹਾਲੇਲੂਇਆ। ਇੱਕ ਇਨਸਾਨ ਦੁਨਿਆਵੀ ਤੌਰ ਦੇ ਉੱਤੇ ਅਗਰ ਉਹ IPS ਸਿੱਖਿਆ ਪ੍ਰਾਪਤ ਕਰਕੇ ਕਲੀਅਰ ਕਰਦਾ ਆ ਔਰ ਉਹ ਸਿੱਖਿਆ ਪ੍ਰਾਪਤ ਕਰਕੇ ਡਿਊਟੀ ਕਰਦਾ ਆ ਉਸ ਆਫਿਸਰ ਦੇ ਵਿੱਚ, ਤੇ ਇੱਕ ਕਿਸੇ ਸਿਫਾਰਿਸ਼ ਦੇ ਨਾਲ ਜਾਂ ਰਿਸ਼ਵਤ ਦੇ ਕੇ ਅਗਰ ਉਹ ਵੀ IPS ਕਲੀਅਰ ਕਰ ਲੈਂਦਾ ਹੈ, ਉਹ ਵੀ ਅਫਸਰ ਬਣਦਾ, ਪਰ ਜ਼ਮੀਨ ਅਸਮਾਨ ਦਾ ਫਰਕ ਰਹਿੰਦਾ ਹੈ। ਦੋਨਾਂ ਨੇ SP ਬਣਨਾ ਹੈ, ਦੋਨਾਂ ਨੇ SSP ਬਣਨਾ ਹੈ, ਦੋਨਾਂ ਨੇ DIG ਬਣਨਾ ਹੈ, ਦੋਨਾਂ ਨੇ IG ਬਣਨਾ ਹੈ, ਦੋਨਾਂ ਨੇ ADGP ਬਣਨਾ ਹੈ, ਦੋਨਾਂ ਨੇ ਇੰਸਪੈਕਟਰ ਜਨਰਲ ਬਣਨਾ ਹੈ। ਬਣਨਾ ਦੋਨਾਂ ਨਹੀਂ ਹੈ, ਦੋਨਾਂ ਦੇ ਕੋਲ ਉਹੋ ਹੀ ਅਧਿਕਾਰ ਹੈ। ਉਹ ਵੀ ਜ਼ਿਲ੍ਹੇ ਦਾ ਮਾਲਕ SSP ਬਣ ਕੇ ਹੈ, ਤੇ ਉਹ ਵੀ ਜ਼ਿਲ੍ਹੇ ਦਾ ਮਾਲਕ ਹੈ SSP ਬਣ ਕੇ। ਉਹ ਵੀ IG ਰੈਂਕ ਬਣ ਕੇ ਜ਼ਿਲ੍ਹੇ ਦਾ ਕਮਿਸ਼ਨਰ ਆ, ਤੇ ਉਹ ਵੀ ਜ਼ਿਲ੍ਹੇ ਦਾ ਕਮਿਸ਼ਨਰ ਆ, ਲੇਕਿਨ ਫਰਕ ਰਹਿੰਦਾ ਹੈ। ਰੁਤਬਾ ਇੱਕੋ ਜਿਹਾ ਹੀ ਰਹਿਣਾ ਹੈ। ਤੇ ਬਾਈਬਲ ਕੀ ਦੱਸਦੀ ਆ? ਕਹਿੰਦੀ ਵੀ ਹੁਣ ਇਹਨਾਂ ਦੋਨਾਂ ਨੂੰ ਇਕੱਠਿਆਂ ਵਧਣ ਦਿਓ। ਹਾਲੇਲੂਇਆ। ਅਸੀਂ ਸਿੱਖਿਆ ਪ੍ਰਾਪਤ ਲੋਕ, ਫਿਰ ਪਤਾ ਲੱਗ ਜਾਂਦਾ ਹੈ ਸਾਨੂੰ, ਜਦੋਂ ਸਿੱਖਿਆ ਪਾਏ ਹੋਏ ਹੁੰਦੇ ਆ ਉਦੋਂ ਫਿਰ ਅਸੀਂ ਵਿਆਕੁਲ ਨਹੀਂ ਹੁੰਦੇ, ਉਦੋਂ ਅਸੀਂ ਕਿਸੇ ਵੀ ਚੀਜ਼ ਨੂੰ ਲੈ ਕੇ ਪਰੇਸ਼ਾਨ ਨਹੀਂ। ਲੇਕਿਨ ਜਦੋਂ ਸਿੱਖਿਆ ਪ੍ਰਾਪਤ ਨਾ ਹੋਵੇ ਉਦੋਂ ਬੰਦਾ ਪਰੇਸ਼ਾਨ ਹੁੰਦਾ ਹੈ। ਸਾਡੇ ਕੋਲ ਤੇ 200 ਲੋਕੀ ਹੁੰਦੇ ਸੀ, ਹੁਣ 100 ਰਹਿ ਗਏ। ਸਾਡੇ ਕੋਲ 100 ਹੁੰਦਾ ਸੀ, ਹੁਣ 50 ਰਹਿ ਗਏ। ਸਾਡੇ ਕੋਲ 50 ਹੁੰਦੇ ਸੀ, ਹੁਣ 5 ਰਹਿ ਗਏ। ਸਾਡੇ ਕੋਲ 5 ਹੁੰਦੇ ਸੀ, ਹੁਣ ਕੋਈ ਵੀ ਨਹੀਂ। ਜਿਹੜਾ ਸਿੱਖਿਆ ਪ੍ਰਾਪਤ ਨਹੀਂ ਹੈ ਉਹ ਵਿਆਕੁਲ ਹੋ ਸਕਦਾ ਹੈ ਵੀ ਇਹ ਕੀ ਹੋਇਆ, ਪਰ ਜਿਹੜਾ ਸਿੱਖਿਆ ਪਾਇਆ ਹੋਇਆ ਆ ਉਹਨੂੰ ਪਤਾ ਹੈ ਵੀ ਕੀ ਹੋ ਰਿਹਾ। ਹਾਲੇਲੂਇਆ। ਉਹਨੂੰ ਪਤਾ ਆ, ਕਿਉਂ? ਕਿਉਂਕਿ ਉਹ ਸਿੱਖਿਆ ਪ੍ਰਾਪਤ ਆ ਤੇ ਉਹਨੂੰ ਪਰਮੇਸ਼ਰ ਦੀ ਸੱਚਾਈ ਬਾਰੇ ਪਤਾ ਹੈ। ਔਰ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਮਿਲ ਕੇ ਤੁਹਾਨੂੰ ਆਪਣੇ ਕਬਜ਼ੇ ਦੇ ਅੰਦਰ ਲੈਣੀਆਂ ਚਾਹੁੰਦਾ ਹਾਂ ਕਿ ਅਗਰ ਤੂੰ ਵੀ ਥੋੜਾ ਜਿਹਾ ਰਲਾ ਮਿਲਾ ਕਰ ਲਵੇਂ, ਅਗਰ ਤੂੰ ਵੀ ਥੋੜਾ ਜਿਹਾ ਲੋਕਾਂ ਵਾਂਗੂ ਮਿਲ ਜਾਵੇਂ, ਅਗਰ ਤੂੰ ਵੀ ਥੋੜੀਆਂ ਜਿਹੀਆਂ ਉਹ ਗੱਲਾਂ ਆਪਣੇ ਚ ਲੈ ਲਵੇਂ, ਤੇ ਕਲੀਸਿਆ ਵੱਧ ਸਕਦੀ ਹੈ। ਅਗਰ ਤੂੰ ਵੀ ਥੋੜਾ ਥੋੜਾ ਉਦਾਂ ਦਾ ਮਸਾਲਾ ਵਿੱਚ ਪਾਉਣਾ ਸ਼ੁਰੂ ਕਰ ਦਵੇਂ ਤੇ ਲੋਕ ਤੇਰੇ ਨਾਲ ਜੁੜ ਸਕਦੇ ਆ। ਸਹਿਮਤੀ ਪਰਮੇਸ਼ਵਰ ਦੇ ਕਲਾਮ ਅਨੁਸਾਰ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਲੋਕਾਂ ਨੂੰ ਇਕੱਠਿਆਂ ਕਰਨ ਦੇ ਲਈ ਸਹਿਮਤੀ ਨਹੀਂ ਕਰ ਸਕਦੇ। ਜਿਹੜਾ ਸਿੱਖਿਆ ਪਾਇਆ ਹੋਇਆ ਬੰਦਾ ਉਹ ਕਦੇ ਵੀ ਸਮਝੌਤਾ ਨਹੀਂ ਕਰੇਗਾ। ਕਿਉਂ? ਕਿਉਂਕਿ ਕਲਾਮ ਦੱਸਦਾ ਆ, ਜਿਹੜਾ ਸਿੱਖਿਆ ਪਾਇਆ ਹੋਇਆ ਬੰਦਾ ਉਹਦੇ ਲਈ ਕਲਾਮ ਦੱਸਦਾ ਆ ਕਿ ਜਿਹਨੇ ਸਿੱਖਿਆ ਪਾਈ ਆ ਉਹਨੂੰ ਇਸ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜਿਹੜਾ ਸਿੱਖਿਆ ਪ੍ਰਾਪਤ ਆ ਉਹ ਸਿੱਖਿਆ ਸਹੀ ਦਵੇ, ਬੇਸ਼ੱਕ ਕੋਈ ਵੀ ਨਾ ਰਵੇ। ਕੱਲ ਨੂੰ ਜਦੋਂ ਮਰੇਗਾ ਪਰਮੇਸ਼ਵਰ ਦੇ ਹਜ਼ੂਰ ਫਖਰ ਦੇ ਨਾਲ ਖੜਾ ਹੋਣ ਦੀ ਉਹਦੇ ਕੋਲ ਥਾਂ ਹੈ। ਉਹ ਕਹੇਗਾ, ਪ੍ਰਭੂ ਤੂੰ ਸਚਾਈ ਦੱਸਣ ਦੇ ਲਈ ਮੈਨੂੰ ਖੜਾ ਕੀਤਾ ਸੀ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਸਚਾਈ ਦੱਸੀ, ਔਰ ਮੈਂ ਕਿਉਂਕਿ ਸਿੱਖਿਆ ਪਾਇਆ ਹੋਇਆ ਸੀ, ਤੂੰ ਆਪਣੇ ਪਾਕਰੂ ਦੇ ਦੁਆਰਾ ਮੈਨੂੰ ਸਮਝ ਦਿੱਤੀ ਸੀ, ਤੇ ਤੇਰੇ ਪਾਕਰੂ ਨੇ ਮੈਨੂੰ ਸਿਖਾਇਆ ਸੀ, ਤੇਰੇ ਪਾਕਰੂ ਨੇ ਦੱਸਿਆ ਸੀ ਜਿੰਨੀ ਦੇਰ ਤੱਕ ਪਿਤਾ ਕਿਸੇ ਨੂੰ ਨਾ ਲੈ ਕੇ ਆਵੇ ਉਨੀ ਦੇਰ ਤੱਕ ਮਸੀਹ ਦੇ ਕੋਲ ਕੋਈ ਆਉਂਦਾ। ਹਾਲੇਲੂਇਆ। ਅਸੀਂ ਤਾਂ ਐਵੇਂ ਕਈ ਵਾਰੀ ਫਕਰ ਕਰ ਲਈਦਾ, ਆ 500 ਲੋਕਾਂ ਦੀ ਭੀੜ ਮੈਂ ਲਿਆਂਦੀ ਹੈ, ਆ 1000 ਲੋਕਾਂ ਦੀ ਭੀੜ ਮੈਂ ਇਕੱਠਾ ਕੀਤੀ ਹੈ। ਯਿਸੂ ਮਸੀਹ ਵੀ ਆਪਣੇ ਕੋਲ ਕਿਸੇ ਨੂੰ ਲਿਆ, ਯਿਸੂ ਮਸੀਹ ਵੀ ਨਹੀਂ ਲਿਆ ਸਕਦਾ। ਇਸ ਲਈ ਯਿਸੂ ਮਸੀਹ ਦੇ ਆਪਣੇ ਮੂੰਹ ਦੇ ਸ਼ਬਦ ਆ, ਜਿੰਨੀ ਦੇਰ ਤੱਕ ਪਿਤਾ ਕਿਸੇ ਨੂੰ ਮੇਰੇ ਕੋਲ ਨਾ ਘੱਲੇ ਕੋਈ ਮੇਰੇ ਕੋਲ ਨਹੀਂ ਆ ਸਕਦਾ। ਤੇ ਹੁਣ ਜਦੋਂ ਪਿਤਾ ਘੱਲ ਦਿੰਦਾ ਹੈ ਤੇ ਫਿਰ ਯਿਸੂ ਦੀ ਜ਼ਿੰਮੇਵਾਰੀ ਕੀ ਬਣਦੀ ਆ? ਕਹਿੰਦਾ, ਐ ਪਿਤਾ ਜਿੰਨੇ ਤੂੰ ਮੈਨੂੰ ਦਿੱਤੇ ਉਹਨਾਂ ਦੇ ਵਿੱਚੋਂ ਮੈਂ ਇੱਕ ਦਾ ਵੀ ਨਾਸ਼ ਹੋਣ ਸਿਵਾਏ ਉਸ ਤੋਂ ਜਿਹੜਾ ਤੂੰ ਨਾਸ਼ ਹੋਣ ਦੇ ਲਈ ਹੀ ਦਿੱਤਾ ਸੀ। ਇਹਦਾ ਮਤਲਬ ਸਾਰਾ ਇੰਤਜ਼ਾਮ ਪਰਮੇਸ਼ਵਰ ਦਾ, ਬੰਦੇ ਦੀ ਕੋਈ ਖੂਬੀ ਨਹੀਂ,
कोई लियाकत नहीं गाते, ना कोई खूबी है ना लियाकत, बख्शो हमको अपनी ताकत, खाली दिलों को लाते हैं ऐ स्वर्गीय पिता हम आते हैं। हालेलुया। सो ना तो साडे च कोई खूबी है कि असीं किसी नूं मसीह दे कोल लियाईए, ना साडे च कोई लियाकत आ कि असीं उहदे कलाम नूं अपनी अकल दे नाल पेश कर जाइए। साडे कोल कुछ नहीं आ, बस उहदा पाक रूह आ जिहड़ा बख्शिया गया आ। वो पाक रूह आ जिहड़ा परमेश्वर दे कलाम नूं लोकां दे दिलां दे अंदर लैके जांदा है, और जदों वो दिलां दे अंदर घर बना लैंदा है तो फिर एक ईमानदार दा जन्म हुंदा, एक विश्वासी दा जन्म हुंदा है। इसलिए जरूरी है जिन्हें मसीह दे विच चलना है ਉਹਦੇ ਲਈ ਹੁਕਮ है कि वो सिक्ख्या पाया होया होवे। हालेलुया। इसलिए ਜਦੋਂ ਇਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਮਸੀਹ ਦੇ ਵਿੱਚ ਚੱਲਣ ਦੇ ਲਈ ਸਭ ਤੋਂ ਜ਼ਰੂਰੀ ਸਿੱਖਿਆ ਦਾ ਪਾਉਣਾ ਹੈ, ਤੇ ਫਿਰ ਉਹਨਾਂ ਲੋਕਾਂ ਨੇ ਪਹਿਲ ਕਿਹਨੂੰ ਦਿੱਤੀ? ਸਿੱਖਿਆ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ। हालेलुया। वह लगातार प्रेरितों से शिक्षा पाते थे, वो लगातार रसूलां दी सिक्ख्या प्राप्त करते सी। हालेलुया। सो मसीह आउण दे लई सब तो पहला स्टेप की है जी? सारे बोलो सिख रहे ना सी की है जी? सब तो पहला की करना है? कोई भी काम करने तो पहला मसीह दे कलाम नूं किते ले जाण तो पहला, मसीह दी किसी गल नूं पेश करन तो पहला, मसीह दे लई कोई भी काम, बेशक मैं प्रोफेसी भी करदा हां, प्रोफेसी भी अगर करनी है जे मैं सिक्ख्या पाया होया होवांगा, प्रोफेसी करन लगे सिक्ख्या मैनूं दसेगी कि तू सही करन जा रहा है जां नहीं। क्योंकि बहुत सारा संसार दे विच ऐसे काम होया कि प्रोफेसियां होईयां लेकिन सिक्ख्या पाए हुए नहीं सी, वो प्रोफेसियां दा रिजल्ट सामने आया और लोगों को फिर पता लगा बाद विच कि प्रोफेसी गलत सी। इत्थे अमेरिका दी एक गल, मैनूं संत दा नाम भुल गया पास्टर दा, उन्हें अनाउंस किया कि प्रभु ने मैनूं साफ दिखाया कि कल नूं क़यामत आ जानी है। की दिखाया जी? साफ दिखाया कि क़यामत आ जानी है। तो प्रभु ने साफ मेरे सन्मुख खड़े होके आख्या कि उहदे विच दुख बहुत है, बहुत ज्यादा तसीह, और हो सकता तुसी भटक जाओ, तुसी बेदिल हो जाओ, तुसी मसीह का इनकार कर दो। इसलिए जरूरी है, परमेश्वर ने कहा भी उस दुख तुहाडे को सिया नहीं जाना। तो पास्टर ने 300 फैमिलियां उहदे अंडर सी, 300 दी 300 फैमिलियां उन्हें बुला लियां और उस रात वो जहर खा के मर गए। कितने परिवार? 300 परिवार। क्यों मरे? हुण सी ते यसू दा प्रचार भी यसू दा करदा सी, सब कुछ करदा सी, लेकिन सिक्ख्या पाया होया नहीं सी। सिक्ख्या ना पाए होने कारण जे उन्हें सिक्ख्या दा पता हुंदा ते उन्हें ये पता लग जाना सी कि क़यामत तो पहला यसू दी आमद दा होना जरूरी है। आमद आवेगी तो फिर क़यामत, तो जिन्नी देर तक आमद नहीं होनी उन्नी देर तक क़यामत। बड़े लोगों को गुमराह किया गया कि 2000 सन जो शुरू होना क़यामत हो जानी है। और तुहानूं पता ही है जब असीं उस समय दिन अमेरिका दे विच ही सी, जिदन वो क़यामत दा दिन सीगा, लोकां दे साह सुके होए सीगे, लोकां दा सीगा बस प्लेन उपर दे उपर रह जाने आ, अग्गों सिस्टम चलना नहींगा, सब कुछ है, कख भी नहीं होया। 12 बजे तक लोगों ने साह सुके हुए सीगे। और इस बाइबल नूं मनने वाले लोग भी भविष्यवाणी करते सी, बस जी दिनां दा उन्होंने जोर तोड़ लाया तो कहते बस हुण अंत है जी। 600 साला जिहड़ा सिस्टम है, 6000 साला जिहड़ा वो पूरा हो गया है। इस करके 7000 साल जिहड़ा शुरू होने वाला, तो क़यामत आने वाली है। सिक्ख्या प्राप्त लोगों को भी पता नहीं सी, जिहड़े कहंदे सी कि सिक्ख्या प्राप्त सी नहीं, पर कहंदे सी कि असीं सिक्ख्या पाई हुई है, वो भी इस चीज के नाल सहमत हो गए। फिर कहंदे नहीं 2000 च नहीं आई, 2012 च क़यामत होनी है। 2012 भी नहीं। क्यों ऐसा होया? इसलिए होया कि ये लोग सिक्ख्या यानी कि जिहड़ा लिखिया होया उहदे उत्ते घट विचार करते हैं, जिहड़ा दूसरे दसदे आ उहदे उत्ते ज्यादा विचार करते हैं, जिहड़े दूसरे दसदे आ उहदे मुताबिक ज्यादा चलदे आ। ते बाइबल हर भाषा दे विच खुदा ने इसे करके लोकां दे मन च पाया है गल कि हर भाषा दे विच दित्ती जावे ताकि बंदा आप उहनूं पढ़ के उहदा जिहड़ा निर्णय आ वो लै सके, आप उहनूं पढ़ के उहनूं पता लग सके कि असल विच सच जिहड़ा आ वो है की है।
सो अज्ञानता के कारण ऐसे बड़ी बार मसीहत की बदनामी हुई, गलत भविष्यवाणियां, झूठियां भविष्यवाणियां के कारण बड़ी बार मसीह नूं भी ते मसीह के लोगों नूं भी शर्मिंदा होना पाया, जिहड़े अणखी लोग सन। जो झूठियां प्रोफेसियां हो जांदियां, जो झूठियां नबूवतां हो जांदियां। हालेलुया। मैनूं याद है जदों मैं आया सीगा, पास्टर खोखर होणां दे चर्च च गए सी, तो उत्थे दी मैं वीडियो देखी सीगी यूट्यूब के उत्ते, ਉਹਦੇ ਵਿੱਚ ਸਾਡੇ ਇੱਕ ਭਾਈ ਨਬੂਵਤ ਕਰ ਰਿਹਾ, ਇਸ ਸਾਲ ਖੁਦਾ ਬੜਾ ਕੰਮ ਕਰਨ ਜਾ ਰਿਹਾ, ਇਸ ਸਾਲ ਖੁਦਾ ਚਰਚ ਨੂੰ ਵਧਾਉਣ ਜਾ ਰਿਹਾ, ਇਸ ਸਾਲ ਇਸ ਚਰਚ ਦੇ ਵਿੱਚ ਕਿਸੇ ਨੂੰ ਨੌਕਰੀ ਦੀ ਕਮੀ ਨਹੀਂ ਰਹਿ ਜਾਏਗੀ, ਇਸ ਸਾਲ ਕਿਸੇ ਨੂੰ ਔਲਾਦ ਦੀ ਕਮੀ ਨਹੀਂ ਰਹਿ ਜਾਏਗੀ, ਇਸ ਸਾਲ ਕਿਸੇ ਨੂੰ ਆਹ ਨਹੀਂ ਹੋ ਜਾਊਗਾ। ਉਹ ਸਾਰਾ ਕੁਝ ਕਰ ਰਿਹਾ। 2012 ਵੀ ਗਿਆ, 2013 ਵੀ ਗਿਆ, 2014 ਵੀ ਗਿਆ ਤੇ 2015 ਵੀ, ਤੇ ਹਾਲਾਤ ਕਿੱਥੇ ਆ ਤੇ ਪ੍ਰੋਫਸੀਆਂ ਕਿੱਥੇ ਗਈਆਂ? ਉਲਟਾ ਚਰਚ ਚੋਂ ਸਾਰੇ ਭੱਜ ਗਏ। ਉਲਟਾ ਕੀ ਹੋਇਆ? ਜਿੱਥੇ ਕਹਿੰਦੇ ਸੀ ਕਿ ਇਨਕਰੀਜ਼, ਕਹਿੰਦੇ ਜੀ ਇਨਕਰੀਜ਼ ਹੋਣਾ ਸੀ, ਉੱਥੇ ਡਿਸਕਰੀਜ਼ ਹੋ ਗਿਆ। ਭਵਿੱਖਬਾਣੀ ਇਹ ਹੋਈ ਸੀਗੀ, ਜੇ ਹੁਣ ਕਲਾਮ ਦੇ ਅਨੁਸਾਰ ਹੁੰਦੀ, ਜੇ ਸਿੱਖਿਆ ਪ੍ਰਾਪਤ ਕੀਤੇ ਹੋਏ ਬੰਦੇ ਨੇ ਉਹ ਗੱਲ ਕਹੀ ਹੁੰਦੀ, ਤੇ ਫਿਰ ਪ੍ਰੋਫੈਸੀ ਨਹੀਂ ਹੁੰਦੀ। ਮੈਂ ਆਪਣੇ ਈਮਾਨ ਦੇ ਨਾਲ ਕਹਿੰਦਾ, ਕਾਹਦੇ ਨਾਲ? ਈਮਾਨ ਦੇ ਨਾਲ। ਮੈਂ ਇਸ ਕਲਾਮ ਨੂੰ ਪੜ੍ਹਦਾ ਆ, ਇਸ ਕਲਾਮ ਦੇ ਉੱਤੇ ਪੜ੍ਹਿਆ ਤੇ ਮੈਂ ਵਿਚਾਰ ਕੀਤਾ ਤੇ ਮੇਰਾ ਈਮਾਨ ਆ, और मैं अपने ईमान के अनुसार कहना, खुदा मेरे ईमान नू देखेगा ते काम करेगा। मैं अपने ईमान के अनुसार कहना कि इस साल दे विच आ होवेगा, ते खुदा तुहाडे ईमान नू देख के तुहाडे ईमान के अनुसार काम कर सकता है। पर इहनूं तुसीं प्रोफेसी दा नाम नहीं दे सकदे। प्रोफेसी दा ते अर्थ ही यह है कि बदल ही नहीं सकता, ते जे बदलेगा ते खुदा अपने बंदे नू दसेगा भी इनू बदलन दे पिछे मेरा कारण की सीगा। नीनवा शहर के खिलाफ कहना, जा नबूवत कर, प्रोफेसी कर। उन्हें प्रोफेसी की। खुदा ने जे अपना प्लान चेंज किया तो अपने बंदे नू भी शर्मिंदा, बंदे नू शर्मिंदा नहीं होने दिता। प्रोफेसी का तो मतलब ही है कि खुदा आ करने जा रहा है। यूसुफ ने प्रोफेसी की थी कि मैं खुदा दे मैनू दर्शन दिखाया कि मैं आ कुछ बनन जा रहा हां। उन्होंने की कुछ नहीं किया यूसुफ दे नाल, लेकिन प्रोफेसी पूरी होके रही। खुदा ने बादशाह नबूकदनस्सर दे खिलाफ, बेलशस्सर दे खिलाफ कहा ते ओ पूरा होके रहा। प्रोफेसी दा मतलब ही है जदों कलाम के अनुसार ज्ञान पाए हुए लोग, सिक्ख्या प्राप्त किया हुआ बंदा जो प्रोफेसी करेगा, वो मतलब ही नहीं पैदा होता कि पूरी, उसका मतलब ही नहीं पैदा होता कि पूरी ना होवे। इसलिए ये सारा कुछ हो रहा। मसीहत की बदनामी इस करके हो रही है कि लोग सिक्ख्या दे नाल वैर रखते हैं, ते जदों कोई सिक्ख्या प्राप्त बंदा सिखाउण दी कोशिश करता है, सिक्ख्या नूं प्राप्त करने की जगह ओदी ही मुखालफत दे विच खड़े हो जाते। और ये अज तो नहीं हो रहा, ये जदों दे यसू मसीह आकाश ते उठाया गया उदों ते काम चलन दिया है। वो तो पहला भी चलता सी, लेकिन इस कलीसिया दे विच उदों भी चलता। पतरस वर्गे लोकां ने संत पलूस दी मुखालफत की। जिस पतरस नूं खुदा ने कहा सी कि तू पत्थर है ते तेरे उत्ते मैं अपनी कलीसिया बनावांगा, इहो जे पतरस ने भी संत पौल वर्गे बंदे दी मुखालफत की, ओदी शान के खिलाफ बोलिया। लेकिन सिक्ख्या प्राप्त किया होया पौल, जिन्हें अपना पूरा जीवन परमेश्वर की मर्जी के अनुसार समर्पण किया सीगा, अंत दे विच पतरस नूं अपनी पत्री दे विच लिखना पिया, जिवें साडे भाई पौलुस ने कहा सी। ओदी किसी भी गल नूं तुसीं लाइटली ना लइयो, ओदियां गल्लां समझ तो ही परे दियां हन। पतरस वर्गा बंदा जदों उन्होंने सच्चाई का पता लग गया, घमंड टुट गया, वो पतरस जिहड़ा ओदी मुखालफत करदा सी, उस पतरस नूं अंत च जाके कहना पिया, ना भाईओ ओदियां गल्लां ते समझ तो परे दियां। ते ओही पौल आ जिन्हें पतरस वर्गे बंदे नूं साफ झिड़ दिता। कहना तू यहूदी हो के यहूदियां दी शरह दे मुताबिक नहीं चल रहा, ते तू गैर यहूदियां नूं अपनी शरह दे उत्ते किवें चला सकदा? सो कहने तो मुताबिक यह गल भी
ਸਿੱਖਿਆ ਪ੍ਰਾਪਤ ਕਰਨ ਦੇ ਵਿੱਚ ਲਗਾਤਾਰ ਲੱਗੇ, ਮਤਲਬ ਨਾ ਛੱਡਿਆ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਸਿੱਖਿਆ ਨੂੰ ਕਦੇ ਵੀ ਛੱਡਣਾ ਚਾਹੀਦਾ ਵੀ। ਕਿਸੇ ਵੀ ਸਟੇਜ ਤੇ ਪਹੁੰਚ ਜਾਈਏ, ਸਾਡੇ ਤੇ ਬੜੇ ਲੋਕੀ ਉਂਗਲੀਆਂ ਚੁੱਕਦੇ ਆ। ਲੋ ਜੀ ਪਹਿਲਾਂ ਇਹ ਸੈਮ ਜੋਰਜ ਹੋਣਾ ਦੇ ਮਗਰ ਲੱਗੇ ਰਹੇ, ਬਾਅਦ ਚ ਜੀ ਲੋ ਜੀ ਪਾਸਟਰ ਮੀਰ ਹੋਣਾ ਦੇ ਮਗਰ ਲੱਗੇ ਰਹੇ, ਲੋ ਜੀ ਹੁਣ ਇਹ ਪਾਸਟਰ ਫਿਨੀ ਹੋਣਾ ਦੇ ਮਗਰ ਲੱਗੇ ਹੋਏ ਆ। ਮਗਰ ਲੱਗੇ ਹੋਏ ਆ, ਮੈਂ ਕਹਿੰਦਾ ਰੱਬ ਦਾ ਸ਼ੁਕਰ ਆ। ਹਾਲੇਲੂਇਆ। ਘੱਟੋ ਘੱਟ ਕਿਸੇ ਦੇ ਮਗਰ ਤੇ ਮੈਂ ਕਹਿੰਦਾ ਰੱਬ ਦਾ ਸ਼ੁਕਰ ਆ। ਸਾਨੂੰ ਪਤਾ ਸਾਨੂੰ ਇੱਕ ਡਾਂਟਣ ਵਾਲਾ ਹੈਗਾ, ਸਾਨੂੰ ਪਤਾ ਸਾਨੂੰ ਇੱਕ ਝਿੜਕਣ ਵਾਲਾ ਹੈਗਾ, ਸਾਨੂੰ ਪਤਾ ਅਸੀਂ ਆਪਣੇ ਉੱਤੇ ਕਿਸੇ ਨੂੰ ਹੈਡ ਬਣਾ ਕੇ ਰੱਖਿਆ ਹੋਇਆ ਆ। ਇਹ ਜਿਹੜੇ ਬਿਨਾਂ ਹੈਡਾਂ ਤੋਂ ਚੱਲੇ ਫਿਰਦੇ, ਇਹਨਾਂ ਦਾ ਹਸ਼ਰ ਵੀ ਅਸੀਂ ਸਾਹਮਣੇ ਦੇਖ ਲੈਨੇ ਆ ਫਿਰ। ਹਾਲੇਲੂਇਆ। ਸੋ ਸਾਨੂੰ ਇਹ ਨਹੀਂ ਆ, ਕਲਾਮ ਜਿੰਨੇ ਵੀ ਸੁਣਾਏ ਆ ਤੁਸੀਂ ਪਾਸਟਰ ਕੈਪਟਨ ਨੂੰ ਵੀ ਸੁਣ ਲਓ, ਪਾਸਟਰ ਫਿਨੀ ਨੂੰ ਵੀ ਸੁਣ ਲਓ ਤੇ ਸਾਨੂੰ ਵੀ ਸੁਣ ਲਓ। ਕੋਈ ਬੰਦਾ ਕਲਾਮ ਸੁਣ ਕੇ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਉਹਨਾਂ ਦਾ ਦੱਸਿਆ ਹੋਇਆ ਕਲਾਮ ਸੁਣਾ ਰਹੇ ਹੋ। ਐਸੀ ਕੋਈ ਗੱਲ ਨਹੀਂ ਹੈ। ਸਿਰਫ ਕੀ ਹੈ, ਕਲਾਮ ਦੇ ਅਨੁਸਾਰ ਆਪਣੇ ਉੱਤੇ ਇੱਕ ਸੀਨੀਅਰ ਰੱਖਿਆ ਹੋਇਆ। ਕਿਉਂ ਰੱਖਿਆ? ਕਿਉਂਕਿ ਪਾਕ ਰੂਹ ਦਾ ਹੁਕਮ ਹੈ। ਤੇ ਅੱਜ ਤੱਕ ਜ਼ਿਆਦਾਤਰ ਲੋਕੀ ਇਹ ਨਾ ਜੀ ਸਾਨੂੰ ਕਿਸੇ ਕੋ ਸਿੱਖਣ ਦੀ ਜ਼ਰੂਰਤ ਨਹੀਂ, ਸਾਨੂੰ ਪਾਕ ਰੂਹ ਆਪੇ ਹੀ, ਪਾਕ ਰੂਹ ਉਹਨੂੰ ਹੀ ਸਿਖਾਉਂਦਾ ਹੈ ਜਿਹਦੇ ਪੱਲੇ ਕੁਛ ਹੈਗਾ। ਲਿਖਿਆ ਜਿਸਕੇ ਪਾਸ ਹੈ ਉਸੇ ਔਰ ਦਿया ਜਾਏਗਾ, ਤੇ ਜਿਹਦੇ ਕੋਲ ਨਹੀਂ ਆ ਉਹਦੇ ਕੋਲ ਜਿਹੜਾ ਮਾੜਾ ਮੋਟਾ ਹੈਗਾ ਉਹ ਵੀ। ਹਾਲੇਲੂਇਆ। ਸੋ ਇਸ ਲਈ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਸਮੇਂ ਸਮੇਂ ਦੇ ਉੱਤੇ ਖੁਦਾ ਨੇ ਸਾਨੂੰ ਇੰਨੀ ਸਮਝ ਦਿੱਤੀ ਕਿ ਉਹ ਪਾਕ ਨੂੰ, ਜਿਹਨੂੰ ਲੋਕਾਂ ਨੇ ਸਿਰਫ ਔਰ ਸਿਰਫ ਗੈਰ ਜ਼ਬਾਨ ਬੋਲਣ ਦਾ ਜਰੀਆ ਬਣਾ ਕੇ ਰੱਖਿਆ, ਉਸ ਪਾਕ ਨੂੰ ਦੇ ਵਿੱਚ ਖੁਦਾ ਨੇ ਸਾਰੀਆਂ ਆਸ਼ੀਸ਼ਾਂ ਛੁਪਾ ਕੇ ਰੱਖੀਆਂ। ਜਿਹਦੇ ਵਿੱਚ ਉਹਨੇ ਸਮਝ ਛੁਪਾ ਕੇ ਰੱਖੀ, ਜਿਹਦੇ ਵਿੱਚ ਉਹਨੇ ਬੁੱਧ ਛੁਪਾ ਕੇ ਰੱਖਿਆ, ਜਿਹਦੇ ਵਿੱਚ ਉਹਨੇ ਗਿਆਨ ਛੁਪਾ ਕੇ ਰੱਖਿਆ। ਉਸ ਸਮਝ ਨੇ ਸਾਨੂੰ ਸਮੇਂ ਸਮੇਂ ਦੇ ਉੱਤੇ ਸਮਝਾਉਂਦੀ ਰਹੀ। ਤੁਹਾਨੂੰ ਕੋਈ ਚਾਹੀਦਾ ਜਿਹੜਾ ਤੁਹਾਨੂੰ ਵੀ ਰੋਕਣ ਵਾਲਾ ਹੋਵੇ, ਕਿਤੇ ਆਪਣੀ ਮਰਜ਼ੀ ਦੀ ਚਾਲ ਚੱਲ ਕੇ ਸ਼ੈਤਾਨ ਦੇ ਹੱਥ ਦੇ ਵਿੱਚ ਨਾ ਪੈ ਜਾਏ। ਹਾਲੇਲੂਇਆ। ਸੋ ਕੋਈ ਉਂਗਲੀ ਉਠਾਵੇ ਸਾਨੂੰ ਕੋਈ ਫਰਕ ਨਹੀਂ, ਕੋਈ ਜਿੱਦਾਂ ਦੀ ਮਰਜ਼ੀ ਗੱਲ ਕਹਿ ਜਾਵੇ ਸਾਨੂੰ ਕੋਈ ਫਰਕ ਨਹੀਂ। ਸਾਡਾ ਆਤਮਾ ਨਿਹਾਲ ਆ, ਸਾਨੂੰ ਪਤਾ ਹੈ ਕਿ ਸਾਡੇ ਉੱਤੇ ਇੱਕ ਹੈਗਾ ਆ। ਹਾਲੇਲੂਇਆ। ਸਾਨੂੰ ਪਤਾ ਆ। ਇਸ ਲਈ ਜਿਹੜੇ ਵੀ ਸਿੱਖਿਆ ਪ੍ਰਾਪਤ ਲੋਕ ਆ, ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੋਲੋਂ ਕੋਈ ਜ਼ਿਆਦਾ ਜਾਣਦਾ ਆ, ਤੇ ਉਹ ਉਹਦੀ ਸੰਗਤ ਦੇ ਵਿੱਚ ਰਲ ਜਾਂਦੇ। ਹਾਲੇਲੂਇਆ। ਉਹ ਸੰਗਤ ਤੋਂ ਭੱਜਦੇ ਨਹੀਂ ਬਲਕਿ ਰਲ ਜਾਂਦੇ ਆ। ਕਿਉਂ ਰਲ ਜਾਂਦੇ? ਕਿਉਂਕਿ ਉਹਨਾਂ ਨੂੰ ਪਤਾ ਮੈਂ ਆਪਣੀ ਜਾਨ ਦਾ ਲੇਖਾ ਵੀ ਪਰਮੇਸ਼ਰ ਨੂੰ ਦੇਣਾ ਆ, ਮੈਂ ਆਪਣੇ ਆਪ ਨੂੰ ਵੀ ਨਿਰਦੋਸ਼ ਕਰਕੇ ਪਰਮੇਸ਼ਰ ਦੇ ਅੱਗੇ ਪੇਸ਼ ਕਰਨਾ ਆ, ਤੇ ਜਿਹੜੇ ਮੈਨੂੰ ਬਖਸ਼ੇ ਗਏ ਆ ਮੈਂ ਉਹਨਾਂ ਦਾ ਵੀ ਹੱਥ ਫੜ ਕੇ ਪਰਮੇਸ਼ਰ ਦੇ ਅੱਗੇ ਉਹਨਾਂ ਨੂੰ ਪੇਸ਼ ਕਰਨਾ। ਇਸ ਕਰਕੇ ਜ਼ਰੂਰੀ ਆ ਕਿ ਜਦੋਂ ਤੁਹਾਨੂੰ ਪਤਾ, ਇਸੇ ਕਰਕੇ ਗੁਲਾਮ ਦਾਦਾ ਵੀ ਪਤਾ ਲੱਗ ਗਿਆ ਨਾ ਜਦੋਂ ਉਹਨੂੰ ਕਿ ਇਹ ਮੋਤੀ ਬੇਸ਼ਕੀਮਤ ਆ, ਤੇ ਸਭ ਕੁਝ ਦੇ ਸਭ ਤੋਂ ਵੱਡਾ ਕੰਮ ਹੈਗਾ ਆਪਣੀ ਖੁਦੀ ਨੂੰ ਵੇਚਣਾ। ਬੰਦੇ ਕੋ ਖੁਦ ਹੀ ਨਹੀਂ ਵੇਚਦੀ, ਬਾਕੀ ਸਭ ਕੁਝ ਹੀ ਵੇਚ ਦਿੰਦਾ। ਕਿਉਂਕਿ ਸਭ ਕੁਝ ਵੇਚ ਕੇ ਵੀ ਕਈ ਖੁਦ ਹੀ ਬੋਲ ਪੈਂਦੀ ਆ, ਤੇਰੇ ਵਰਗਾ ਮੁਬਾਰਕ ਕੋਈ ਨਹੀਂ, ਤੂੰ ਤੇ ਸਭ ਕੁਝ ਹੀ। ਇਹ ਖੁਦ ਹੀ ਨਹੀਂ ਵੇਚਦੀ, ਤੇ ਜਿੰਨੀ ਦੇਰ ਤੱਕ ਖੁਦ ਹੀ ਨਹੀਂ ਵੇਚਦੀ ਉਨੀ ਦੇਰ ਤੱਕ ਖੁਦਾ ਦਾ ਦਰਸ਼ਨ ਹੋਣਾ ਬੜਾ। ਇਹ ਖੁਦ ਹੀ ਉਹਦੇ ਵੇਖਦੀ ਹੈ ਜਦੋਂ ਸਿੱਖਿਆ ਦੀ ਸਮਝ ਆ ਜਾਂਦੀ ਆ, ਜਦੋਂ ਪਾਕ ਨੂੰ ਮਿਲਦਾ, ਤੇ ਪਾਕ ਨੂੰ ਦੇ ਨਾਲ ਇਹ ਸਾਰੇ ਗੁਣ ਮਿਲਦੇ ਆ। ਪਾਕ ਨੂੰ ਦੇ ਨਾਲ ਇਕੱਲੀ ਗੈਰ ਜ਼ਬਾਨ ਨਹੀਂ ਮਿਲਦੀ, ਬਲਕਿ ਗੈਰ ਜ਼ਬਾਨ ਦੇ ਨਾਲ ਨਾਲ ਇਹ ਸਾਰੇ ਗੁਣ ਮਿਲ ਜਾਂਦੇ ਆ, ਔਰ ਫਿਰ ਇਹਨਾਂ ਸਾਰੇ ਗੁਣਾਂ ਨੂੰ ਅਸੀਂ ਇਸਤੇਮਾਲ ਕਰਦੇ ਜਾਣਾ। ਹਾਲੇਲੂਇਆ। ਪਾਕ ਨੂੰ ਦੇ ਫਲਾਂ ਦੇ ਬਾਰੇ ਅਸੀਂ ਦੇਖਦੇ ਆ। ਉਹ ਪਾਕ ਨੂੰ ਦੇ ਫਲ ਸਾਡੇ ਜੀਵਨ ਦੇ ਵਿੱਚ ਹੈ, ਤੇ ਸਮਝ ਲਓ ਪਾਕ ਨੂੰ ਹੈਗਾ ਆ। ਜੇ ਪਾਕ ਨੂੰ ਦੇ ਫਲ ਨਹੀਂ ਹੈ ਤੇ ਫਿਰ ਪਾਕ ਨੂੰ ਵੀ ਨਹੀਂ ਹੈ। ਇਸ ਕਰਕੇ ਸਿੱਖਿਆ ਪ੍ਰਾਪਤ ਕੀਤਾ ਹੋਇਆ ਬੰਦਾ ਸਿੱਖਿਆ ਦੇ ਅਨੁਸਾਰ ਹਰ ਗੱਲ ਨੂੰ ਗਹਿਰਾਈ ਦੇ ਨਾਲ ਸੋਚਦਾ ਆ, ਗਹਿਰਾਈ ਦੇ ਨਾਲ ਉਹਦੇ ਉੱਤੇ ਵਿਚਾਰ ਕਰਦਾ। ਇਸ ਲਈ ਇਹਨਾਂ ਦੇ ਬਾਰੇ ਲਿਖਿਆ ਕਿ ਲਗਾਤਾਰ ਰਸੂਲਾਂ ਦੀ ਸਿੱਖਿਆ ਪ੍ਰਾਪਤ ਕਰਨ ਦੇ ਵਿੱਚ। ਹਾਲੇਲੂਇਆ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਲਗਾਤਾਰ ਇਸ ਤਾਲੀਮ ਨੂੰ ਹਾਸਲ ਕਰਨ ਦੇ ਵਿੱਚ ਲੱਗੇ ਰਹੀਏ। ਹਾਲੇਲੂਇਆ। ਸਿੱਖਿਆ ਪ੍ਰਾਪਤ ਕਰਨੀ ਹੈ, ਔਰ ਸਿੱਖਿਆ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਵੀ ਪਾਕ ਰੂਹ ਦੇ ਵਸੀਲੇ ਦੇ ਨਾਲ ਗਿਆਨ ਹੋਣਾ ਚਾਹੀਦਾ ਕਿ ਸਿੱਖਿਆ ਪ੍ਰਾਪਤ ਕਰਨੀ ਕਿੱਥੋਂ ਹੈ। ਹਾਲੇਲੂਇਆ। ਸਿੱਖਿਆ ਪ੍ਰਾਪਤ ਕਿਵੇਂ ਕਰਨੀ ਹੈ? ਕੁਮਾਰ ਨੂੰ ਤੁਰੇ ਜਾਂਦੇ ਨੂੰ ਲਾਲ ਮਿਲ ਗਿਆ ਮੋਤੀ, ਉਹਨੇ ਚੁੱਕਿਆ ਤੇ ਇੱਕ ਚੀਜ਼ ਜਿਹਦੇ ਵਿੱਚ ਪਾ ਕੇ ਦਿਸੇ ਵੀ ਤੇ ਕਵਰ ਵੀ ਹੋ ਜਾਵੇ, ਤੇ ਉਹਨੂੰ ਚੱਕ ਕੇ ਗਧੇ ਦੇ ਗਲ ਦੇ ਵਿੱਚ ਲਟਕਾ ਦਿੱਤਾ।
ਕਾਫੀ ਸਮਾਂ ਉਹ ਗਧੇ ਦੇ ਗਲ ਦੇ ਵਿੱਚ ਹੀ ਲਟਕਿਆ ਰਿਹਾ। ਇੱਕ ਦਿਨ ਕੋਈ ਸੁਨਾਰ ਜਾ ਰਿਹਾ ਸੀ, ਸੁਨਿਆਰਾ, ਤੇ ਉਹਦੀ ਨਜ਼ਰ ਪਈ ਫਿਰ ਉਸ ਲਾਲ ਦੇ ਉੱਤੇ, ਤੇ ਉਹ ਸੁਨਿਆਰਾ ਵਿਚਾਰਾ ਰੋ ਪਿਆ ਵੀ ਕਿੱਡੀ ਬੇਸ਼ਕੀਮਤ ਚੀਜ਼ ਆ ਤੇ ਕਿੱਥੇ ਰੱਖੀ ਹੋਈ ਹੈ। ਤੇ ਸੁਨਿਆਰੇ ਨੇ ਘੁਮਾਰ ਨੂੰ ਪੁੱਛਿਆ, ਕਹਿੰਦਾ ਵੀ ਉਹਨੇ ਵੀ ਇਹ ਨਹੀਂ ਕਿਹਾ ਵੀ ਲਾਲ, ਕਹਿੰਦਾ ਇਹਦਾ ਪੱਥਰ ਜਿਹਾ ਗਲੇ ਦੇ ਵਿੱਚ ਗਧੇ ਦੇ ਲਟਕਾਇਆ ਹੋਇਆ, ਜੇ ਤੇਰੀ ਮਿਹਰਬਾਨੀ ਹੋਵੇ ਤੇ ਮੈਨੂੰ ਦੇ ਦੇ। ਤੇ ਉਹ ਕਹਿੰਦਾ ਜੀ ਇਹ ਤੇ ਕਹਿੰਦਾ ਮੈਨੂੰ ਲੱਭਾ ਸੀ, ਮੈਨੂੰ ਚੰਗਾ ਲੱਗਾ, ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਕੀਮਤ ਦੇ ਦੇਣਾ। ਤੇ ਘੁਮਾਰ ਕਹਿੰਦਾ ਜੀ ਦੇ ਦਿਓ, ਫਿਰ ਕਿੰਨੀ ਦੇਣੀ ਹੈ? ਤੇ ਕਹਿੰਦਾ ਤੂੰ ਦੱਸ ਕਿੰਨੀ। ਤੇ ਹੁਣ ਘੁਮਾਰ ਨੂੰ ਤੇ ਵਿਚਾਰੇ ਨੂੰ ਉਹਦੀ ਕੀਮਤ ਦਾ ਵੀ ਨਹੀਂ ਸੀ ਪਤਾ ਵੀ ਕਿੰਨੀ ਹੈ। ਕਹਿੰਦਾ ਜੋ ਮਰਜ਼ੀ ਦੇ ਦੋ। ਉਹਨੇ 1 ਰੁਪਈਆ ਦਿੱਤਾ ਤੇ ਉਹਦੇ ਕੋਲੋਂ ਲੈ ਗਿਆ, ਤੇ ਉਹਨੇ ਫਿਰ ਲੱਖਾਂ ਦੀ ਕੀਮਤ ਦੇ ਵਿੱਚ ਉਹਨੂੰ ਵੇਚਿਆ। ਹਾਲੇਲੂਇਆ। ਸਿੱਖਿਆ ਪ੍ਰਾਪਤ ਕਿੱਥੋਂ ਕਰਨੀ ਹੈ? ਇਸ ਚੀਜ਼ ਦਾ ਵੀ ਗਿਆਨ ਹੋਣਾ ਬੜਾ ਜ਼ਰੂਰੀ ਹੈ। ਹਰ ਥਾਂ ਤੇ ਵੀ ਸਿੱਖਿਆ ਮਿਲਦੀ ਨਹੀਂ ਹੈ, ਇਸ ਲਈ ਲਿਖਿਆ ਕਿਹਨਾਂ ਦੀ ਸਿੱਖਿਆ ਦੇ ਵਿੱਚ? ਲਗਾਤਾਰ ਰਸੂਲਾਂ ਦੀ ਸਿੱਖਿਆ ਦੇ ਵਿੱਚ। ਹਾਲੇਲੂਇਆ। ਨਬੀ ਤੋਂ ਸਿੱਖਿਆ ਨਹੀਂ ਤੁਸੀਂ ਪ੍ਰਾਪਤ ਕਰ ਸਕਦੇ। ਨਬੀ ਤੋਂ ਪ੍ਰੋਫੈਸੀ ਦਾ ਬਲ ਪ੍ਰਾਪਤ ਤੁਸੀਂ ਕਰ ਸਕਦੇ ਹੋ, ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ। ਇਵੈਂਜਲਿਸਟ ਤੋਂ ਤੁਸੀਂ ਇੱਕ ਖੁਸ਼ਖਬਰੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਤਰੀਕਾ ਪ੍ਰਾਪਤ ਕਰ ਸਕਦੇ ਹੋ, ਪਰ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ। ਪਾਸਟਰ ਦੇ ਕੋਲੋਂ ਤੁਸੀਂ ਇੱਕ ਕਲੀਸਿਆ ਨੂੰ ਸਥਾਪਿਤ ਕਰਨ ਦਾ ਇੱਕ ਤਰੀਕਾ ਹਾਸਲ ਕਰ ਸਕਦੇ ਹੋ, ਪਰ ਸਿੱਖਿਆ ਪ੍ਰਾਪਤ ਕਰਨ ਲਈ ਖੁਦਾ ਨੇ ਉਸਤਾਦ ਠਹਿਰਾਇਆ। ਹਾਲੇਲੂਇਆ। ਇਸ ਕਰਕੇ ਲਿਖਿਆ ਜਿਸ ਕਲੀਸਿਆ 'ਚ 5 ਪ੍ਰਕਾਰ ਦੀ ਸੇਵਕਾਈ ਆ, ਉਹੀ ਮਸੀਹ ਯਿਸੂ ਦਾ ਬਦਨ ਬਣ ਸਕਦੀ ਹੈ। ਤੇ ਅੱਜ ਅਫਸੋਸ ਹੈ ਕਿ ਲੋਕ ਇਸ ਚੀਜ਼ ਦੇ ਲਈ ਦੁਆ ਨਹੀਂ ਕਰਦੇ ਕਿ ਜੋ ਖੁਦਾ ਨੇ ਕਲੀਸਿਆ ਬਖਸ਼ੀ ਆ ਉਹਦੇ ਵਿੱਚ 5 ਕਿਸਮ ਦੀ ਸੇਵਕਾਈ ਚੱਲੇ। ਇਸੇ ਕਰਕੇ ਜਿਹੜੀ ਕਲੀਸਿਆ ਦਾ ਬਦਨ, ਜਿਹੜੀ ਕਲੀਸਿਆ ਯਿਸੂ ਦਾ ਬਦਨ ਆ, ਉਹ ਉਸ ਰੂਪ ਦੇ ਵਿੱਚ ਨਹੀਂ ਬਣ ਰਹੀ ਕਿਉਂਕਿ ਸਿੱਖਿਆ ਦੇ ਬਾਰੇ ਲੋਕਾਂ ਨੂੰ ਗਿਆਨ। ਇਸ ਲਈ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਕਿ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਕਰਨ। ਹਾਲੇਲੂਇਆ। ਸਿੱਖਿਆ ਵੀ ਕਰਨੀ ਹੈ ਤੇ ਫਿਰ ਕੀ ਕਰਨੀ ਹੈ? ਸੰਗਤੀ ਉਹ ਹੀ ਕਰ ਸਕਦਾ ਜਿਹੜਾ ਸਿੱਖਿਆ ਪ੍ਰਾਪਤ ਹੋਵੇ। ਜਿਹਨੂੰ ਸਿੱਖਿਆ ਨਹੀਂ ਉਹਦੇ ਲਈ ਸੰਗਤੀ ਦੀ ਕੋਈ ਮਹੱਤਤਾ ਨਹੀਂ ਆ। ਤੇ ਜਦੋਂ ਉਹਦੇ ਲਈ ਸਿੱਖਿਆ ਦੀ ਮਹੱਤਤਾ ਨਹੀਂ, ਫਿਰ ਸੰਗਤੀ ਦੀ ਵੀ ਮਹੱਤਤਾ ਨਹੀਂ। ਤੇ ਜੇ ਸਿੱਖਿਆ ਪ੍ਰਾਪਤ ਕੀਤਾ ਹੋਇਆ ਫਿਰ ਉਹਨੂੰ ਪਤਾ ਵੀ ਸੰਗਤੀ ਅਸਲ ਦੇ ਵਿੱਚ ਹੈ ਕੀ ਆ। ਔਰ ਇਹਨੂੰ ਮੈਂ ਬੜੇ ਜ਼ਬਰਦਸਤ ਤਰੀਕੇ ਨਾਲ ਦੱਸਦਾ ਹੁੰਦਾ ਕਿ ਸੰਗਤੀ ਘੁਮਿਆਰ ਦੇ ਉਸ ਚੱਕ ਦੀ ਤਰ੍ਹਾਂ ਆ ਜਿਹਦੇ ਉੱਤੇ ਉਹ ਮਿੱਟੀ ਨੂੰ ਰੱਖ ਕੇ ਤੇ ਬਰਤਨ ਨੂੰ ਆਪਣੀ ਮਰਜ਼ੀ ਦਾ ਰੂਪ ਦਿੰਦਾ ਹੈ। ਹਾਲੇਲੂਇਆ। ਔਰ ਉਹ ਚਾਹੇ ਜਿੱਦਾਂ ਮਰਜ਼ੀ ਕਿ ਆਪਣੇ ਹੱਥ ਦੇ ਨਾਲ ਉਹਨੂੰ ਉਸ ਤਰ੍ਹਾਂ ਦੀ ਸ਼ਕਲ ਦੇਣੀ ਚਾਹੇ, ਉਹਦੀ ਪੂਰੀ ਬਰਾਬਰ ਸ਼ਕਲ ਜਿੱਦਾਂ ਦੀ ਉਹ ਦੇਣੀ ਚਾਹੁੰਦਾ ਹੈ ਉਹ ਸਿਰਫ ਚੱਕ ਦੇ ਉੱਤੇ ਰੱਖ ਕੇ ਹੀ ਦਿੱਤੀ ਜਾ ਸਕਦੀ, ਅਦਰਵਾਈਜ਼ ਉਦਾਂ ਦੀ ਸੂਰਤ ਉਹਦੀ ਬਣਾ ਨਹੀਂ ਸਕਦਾ। ਸੋ ਜਦੋਂ ਅਸੀਂ ਯਿਸੂ ਦੀ ਸੂਰਤ ਵਰਗੇ ਲੋਕਾਂ ਨੂੰ ਬਣਾਉਣਾ ਹੈ ਤੇ ਜ਼ਰੂਰੀ ਹੈ ਕਿ ਉਹ ਸੰਗਤ ਦੇ ਵਿੱਚ ਹੋਣ। ਸੰਗਤ ਦੇ ਵਿੱਚ ਰਹਿ ਕੇ ਹੀ ਉਹ ਉਸ ਸ਼ਕਲ ਦੇ ਉੱਤੇ ਤਿਆਰ ਹੋ ਸਕਦੇ ਆ ਜਿੱਦਾਂ ਦੀ ਸ਼ਕਲ ਖੁਦਾ ਚਾਹੁੰਦਾ ਆ। ਇਸ ਲਈ ਜਿੰਨੀ ਦੇਰ ਤੱਕ ਉਹ ਸੰਗਤੀ ਦੇ ਵਿੱਚ ਨਹੀਂ ਆਉਂਦਾ ਉਨੀ ਦੇਰ ਤੱਕ ਉਹਦੀ ਉਹ ਸ਼ਕਲ ਬਣ ਨਹੀਂ ਸਕਦੀ। ਇਸ ਲਈ ਲਿਖਿਆ ਵੀ ਲਗਾਤਾਰ ਰਸੂਲਾਂ ਦੀ ਸਿੱਖਿਆ ਦੇ ਵਿੱਚ ਤੇ ਉਹਨਾਂ ਦੀ ਸੰਗਤ ਦੇ ਵਿੱਚ ਬਣੇ ਰਹੇ। ਹਾਲੇਲੂਇਆ। ਸੰਗਤੀ ਦਾ ਮੈਂ ਇੱਕ ਵਾਰੀ ਦੱਸਿਆ ਸੀਗਾ ਕਿ ਸੰਗਤੀ ਕਿਵੇਂ ਕਰਨੀ ਹੈ, ਸੰਗਤੀ ਕਿਸ ਤਰੀਕੇ ਨਾਲ ਕਰਨੀ ਹੈ, ਸੰਗਤੀ ਕਿੱਦਾਂ ਕਰਨੀ ਹੈ। ਹਾਲੇਲੂਇਆ। ਕਈ ਵਾਰੀ ਕਦੀ ਮਾਈਂਡ ਨਹੀਂ ਕਰਨਾ, ਮੈਂ ਬੜੀ ਵਾਰ ਦੱਸਿਆ ਕਈ ਵਾਰੀ ਅਸੀਂ ਕੋਈ ਗੱਲ ਕਰਦੇ ਨਾ ਸਿੱਖਵਾ ਸਾਨੂੰ ਲੱਗਦਾ ਸ਼ਾਇਦ ਕਿਤੇ ਸਾਡੇ ਵਾਲੀ ਤਾਂ ਨਹੀਂ ਗੱਲ ਘੁਮਾ ਕੇ ਲਿਆ ਰਹੇ, ਇਹਨੂੰ ਸਿੱਖਣਾ ਹੈ, ਅਸੀਂ ਸਿੱਖਿਆ ਪ੍ਰਾਪਤ ਕਰ ਰਹੇ ਹਾਂ। ਸੰਗਤੀ ਦਾ ਇੱਕ ਇਦਾਂ ਦਾ ਰੂਲ ਆ, ਇਹ ਅਸੀਂ ਇਹ ਨਹੀਂ ਕਿ ਅਸੀਂ ਲੋਕਾਂ ਨੂੰ ਅਸੀਂ ਆਪ ਉਹਦੇ ਚ ਰਹੇ ਹਾਂ, ਰਹਿ ਕੇ ਫਿਰ ਅਸੀਂ ਦੱਸਿਆ ਕਿ ਇਹ ਇਦਾਂ ਕਰਨੀ ਚਾਹੀਦੀ ਹੈ। ਸੰਗਤੀ ਕਿਸ ਤਰ੍ਹਾਂ ਦੀ ਹੈ ਕਿ ਬੱਚੇ ਦਾ ਸਕੂਲ ਦੇ ਵਿੱਚ ਐਡਮਿਸ਼ਨ ਹੁੰਦਾ। ਹਾਲੇਲੂਇਆ। ਔਰ ਜਦੋਂ ਬੱਚੇ ਦੀ ਸਕੂਲ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਤੇ ਕਾਨੂੰਨ ਕੀ ਹੈ ਵੀ ਬੱਚਾ ਜਿਸ ਸਕੂਲ ਦੇ ਵਿੱਚ ਉਹਦੀ ਐਡਮਿਸ਼ਨ ਹੋਈ ਆ ਉਸ ਸਕੂਲ ਦੇ ਵਿੱਚ ਜਾਣਾ ਚਾਹੀਦਾ। ਹੁਣ ਬੇਟੀ ਦੀ ਐਡਮਿਸ਼ਨ ਕਰਾਈ ਹੈ ਖੁਸ਼ੀ ਦੀ ਇੱਧਰਲੇ ਸਕੂਲ ਦੇ ਵਿੱਚ, ਉੱਥੇ ਉਹਦੀਆਂ ਗੈਰ ਹਾਜ਼ਰੀਆਂ ਲੱਗਣ ਤੇ ਇੱਧਰਲੇ ਸਕੂਲ ਦੇ ਵਿੱਚ ਜਾਂਦੀ ਰਹੇ, ਹਾਜ਼ਰੀ ਲੱਗ ਰਹੀ ਹੈ ਉਹਦੀ, ਲੇਕਿਨ ਐਡਮਿਸ਼ਨ ਕਿੱਥੇ ਆ? ਐਡਮਿਸ਼ਨ ਇੱਧਰਲੇ ਸਕੂਲ ਦੇ ਵਿੱਚ ਤੇ ਜਿਹੜੀ ਸੰਗਤੀ ਕਿੱਥੇ?
ਸੰਗਤੀ ਇਹਦੇ ਸਕੂਲ 'ਚ ਸਾਲ ਬਾਅਦ ਅਸੀਂ ਰਿਜ਼ਲਟ ਲੈਣ ਜਾਈਏ ਤੇ ਉਹ ਫੇਲ ਦਾ ਦੇਣ ਸਾਨੂੰ ਸਰਟੀਫਿਕੇਟ। ਅਸੀਂ ਇਹ ਕੀ ਕੀਤਾ, ਕਹਿੰਦੇ ਤੁਸੀਂ ਐਡਮਿਸ਼ਨ ਕਰਾਈ ਸੀ ਤੇ ਆਏ ਤੇ ਹੈ ਨਹੀਂ। ਫਿਰ ਅਸੀਂ ਉਸ ਸਕੂਲ 'ਚ ਜਾਈਏ ਜਿੱਥੇ ਜਾਂਦੇ ਸੀ, ਅਸੀਂ ਕੀ ਉਹਦੇ ਪਾਸ ਦਿਓ ਜਿਹੜਾ ਸਾਨੂੰ ਰਿਜ਼ਲਟ, ਤੋਂ ਕਹਿੰਦੇ ਕਿਹਦਾ ਰਿਜ਼ਲਟ? ਅਸੀਂ ਕਹਿੰਦੇ ਸਾਡੀ ਬੇਟੀ ਸਾਲ ਤੁਹਾਡੇ ਸਕੂਲ 'ਚ ਆਉਂਦੀ ਰਹੀ। ਉਹ ਕਹਿਣਗੇ ਲੱਖ ਵਾਰੀ ਆਉਂਦੀ, ਉਹਦੀ ਐਡਮਿਸ਼ਨ ਹੀ ਨਹੀਂ ਸੀ ਇੱਥੇ। ਸੋ ਸੰਗਤੀ ਕਰਨ ਦਾ ਸਭ ਤੋਂ ਵੱਡਾ ਰੂਲ ਕੀ ਹੈ? ਸੰਗਤੀ ਇੱਕੋ ਹੀ ਜਗ੍ਹਾ ਕਰਨੀ ਹੈ, ਇੱਕ ਜਗ੍ਹਾ ਚੁਣਨੀ ਹੈ ਜਿੱਥੇ ਤੁਹਾਨੂੰ ਆਤਮਾ ਕਵੇ। ਕਿਸੇ ਦੇ ਕਹਿਣ ਤੇ ਨਹੀਂ ਸੰਗਤੀ ਕਰਨੀ। ਕਈ ਵਾਰੀ ਅਸੀਂ ਕਿਸੇ ਨੂੰ ਮਜਬੂਰ ਕਰਦੇ ਹਾਂ ਕਿ ਨਹੀਂ ਤੁਸੀਂ ਸਾਡੇ ਨਾਲ ਸੰਗਤ ਕਰੋ। ਸੰਗਤੀ ਦਾ ਰੂਲ ਕੀ ਹੈ? ਜੇ ਤੁਸੀਂ ਸਿੱਖਿਆ ਪ੍ਰਾਪਤ ਹੈ, ਜੇ ਤੁਸੀਂ ਵਾਕਿਆ ਹੀ ਬਾਈਬਲ ਨੂੰ ਜਾਣਦੇ ਆ, ਫਿਰ ਹਰ ਇੱਕ ਇਨਸਾਨ ਨੂੰ ਸਿਖਾਉਣਾ ਹੈ ਭਾਈ ਇੱਕੋ ਜਗ੍ਹਾ ਤੇ ਸੰਗਤ ਕਰਨੀ ਹੈ। ਹਾਲੇਲੂਇਆ। ਹੁਣ ਕੁਮਾਰ ਉਸੇ ਨੂੰ ਚੱਕ ਕੇ ਕਦੀ ਕਿਸੇ ਚੱਕ ਦੇ ਉੱਤੇ ਜਾਵੇ ਤੇ ਕਦੀ ਕਿਸੇ ਚੱਕ ਤੇ ਜਾਓ, ਚੱਕਣ ਦੇ ਵਿੱਚ ਹੀ ਉਹਦੀ ਸੂਰਤ ਜਿਹੜੀ ਹੈ ਉਹ ਬਦਲ ਜਾਂਦੀ। ਤੇ ਪਰਮੇਸ਼ਵਰ ਦੀ ਇੱਛਾ ਕੀ ਹੈ? ਮੇਰਾ ਕੰਮ ਮੇਰੇ ਹੁਕਮ ਦੇ ਮੁਤਾਬਕ ਮੇਰੇ ਕਾਨੂੰਨ ਦੇ ਵਿੱਚ ਰਹਿ ਕੇ ਕਰਨਾ ਹੈ, ਕਾਨੂੰਨ ਤੋਂ ਬਾਹਰ ਰਹਿ ਕੇ ਨਹੀਂ ਕਰਨਾ। ਇਸ ਲਈ ਖੁਦਾ ਦੇ ਕਲਾਮ ਨੂੰ ਅਗਰ ਅਸੀਂ ਮੰਨਦੇ ਹਾਂ ਤੇ ਫਿਰ ਜ਼ਰੂਰੀ ਹੈ ਸਾਡੀ ਸੰਗਤ ਹਮੇਸ਼ਾ ਇੱਕੋ ਹੀ ਜਗ੍ਹਾ ਤੇ ਹੋਣੀ ਚਾਹੀਦੀ ਹੈ। ਉਹਦੇ ਉੱਤੇ ਫਿਰ ਕਈ ਸਵਾਲ ਅੱਗੇ ਖੜੇ ਹੋ ਜਾਂਦੇ ਆ। ਮਿਸਾਲ ਦੇ ਤੌਰ ਤੇ ਅਸੀਂ ਇੰਡੀਆ ਸੰਗਤ ਕਰਦੇ ਸੀ, ਤੇ ਜੇ ਇੰਡੀਆ ਸੰਗਤ ਕਰਦੇ ਸੀ ਤੇ ਫਿਰ ਇੱਕੋ ਜਗ੍ਹਾ ਤੇ ਕਰਦੇ ਸੀ। ਅਸੀਂ ਇੱਥੇ ਆ ਗਏ, ਇੱਥੇ ਆ ਕੇ ਜਦੋਂ ਦੇਖਿਆ ਕਿ ਅਸੀਂ ਸਾਰੇ ਪਾਸੇ ਸੰਗਤਾਂ ਦੇ ਵਿੱਚ ਜਾਂਦੇ ਹਾਂ ਤੇ ਅਸੀਂ ਦੇਖਣਾ ਵੀ ਖੁਦਾ ਦੀ ਸਿੱਖਿਆ ਦੇ ਮੁਤਾਬਕ ਸੰਗਤ ਕਿੱਥੇ ਹੁੰਦੀ ਹੈ। ਜਦੋਂ ਵੀ ਸਾਨੂੰ ਇਸ ਚੀਜ਼ ਦਾ ਗਿਆਨ ਹੋ ਜਾਵੇ ਕਿ ਇਸ ਜਗ੍ਹਾ ਦੇ ਉੱਤੇ ਉਸ ਅਨੁਸਾਰ ਹੋ ਰਿਹਾ ਕੰਮ, ਜਿਸ ਅਨੁਸਾਰ ਪਰਮੇਸ਼ਵਰ ਦੀ ਕਲੀਸਿਆ ਤਿਆਰ ਹੋ ਸਕਦੀ ਹੈ, ਫਿਰ ਅਸੀਂ ਫੈਸਲਾ ਲੈਣਾ ਹੈ। ਫਿਰ ਦੇਰ ਨਹੀਂ ਕਰਨੀ। ਜੇ ਅਸੀਂ ਦੇਰ ਕਰਦੇ ਹਾਂ ਤਾਂ ਮਤਲਬ ਫਿਰ ਸਾਨੂੰ ਸਿੱਖਿਆ ਦਾ ਗਿਆਨ, ਜੇ ਸਿੱਖਿਆ ਦਾ ਗਿਆਨ ਨਹੀਂ ਹੈ ਫਿਰ ਅਸੀਂ ਅਧੂਰੇ ਹਾਂ ਤੇ ਭਟਕੇ ਹੋਏ ਹਾਂ। ਹਾਲੇਲੂਇਆ। ਇਸ ਲਈ ਜ਼ਰੂਰੀ ਆ ਕਿ ਜਦੋਂ ਅਸੀਂ ਨਵੀਂ ਥਾਂ ਤੇ ਜਾਂਦੇ ਹਾਂ, ਸਭ ਤੋਂ ਪਹਿਲਾਂ ਤਾਂ ਜ਼ਰੂਰੀ, ਕਿਉਂਕਿ ਅਸੀਂ ਅਜੇ ਉਸ ਹੱਦ ਤੱਕ ਪਾਕਰੂ ਦੇ ਤਜਰਬੇ ਦੇ ਵਿੱਚ ਨਹੀਂ ਹੈ ਕਿ ਸਾਨੂੰ ਇਹ ਯਕੀਨ ਹੋਵੇ ਕਿ ਪਾਕਰੂ ਗੱਲ ਕਰਦਾ ਹੈ। ਅਸੀਂ ਕਹਿ ਦਿੰਦੇ ਕਿ ਪਾਕਰੂ ਗੱਲ ਕਰਦਾ ਹੈ, ਪਰ ਉਸ ਤਜਰਬੇ ਤੱਕ ਪਹੁੰਚੇ। ਪਾਕਰੂ ਜਿੱਦਾਂ ਬੰਦਾ ਬੰਦੇ ਦੇ ਨਾਲ ਗੱਲ ਕਰਦਾ, ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਸੇ ਤਰ੍ਹਾਂ ਪਾਕਰੂ ਗੱਲ ਕਰਦਾ ਸਪਸ਼ਟ ਸ਼ਬਦਾਂ ਦੇ ਵਿੱਚ। ਪਰ ਉਸ ਤਜਰਬੇ ਤੱਕ ਬੰਦਾ ਉਦੋਂ ਪਹੁੰਚਦਾ ਜਦੋਂ ਇਸ ਸਿੱਖਿਆ ਨੂੰ ਪ੍ਰਾਪਤ ਕਰਦਾ। ਫਿਰ ਜਦੋਂ ਦੁਆ ਦੇ ਵਿੱਚ ਬਹਿੰਦਾ ਆ ਤੇ ਪਾਕਰੂ ਉਸੇ ਤਰ੍ਹਾਂ ਗੱਲ ਕਰਦਾ, ਰੂਬਰੂ ਹੋ ਕੇ ਗੱਲ ਕਰਦਾ। ਉਹਨੂੰ ਪੂਰੀ ਕਲੀਅਰ ਆਵਾਜ਼ ਸੁਣਦੀ, ਕੋਈ ਅਣਜਾਣੇ ਵਿੱਚ ਨਹੀਂ ਵੀ ਅਚਾਨਕ ਸੁਣੀ ਹੈ। ਪਾਕਰੂ ਕਹਿੰਦਾ ਤੈਨੂੰ ਆਹ ਕਰਨਾ ਚਾਹੀਦਾ। ਪਰ ਇਹ ਉਸ ਹੱਦ ਤੱਕ ਜਾ ਕੇ ਹੋਣਾ ਜਦੋਂ ਸਿੱਖਿਆ ਪ੍ਰਾਪਤ ਕਰ ਲਓ ਤੇ ਪਾਕਰੂ ਦੀ ਆਵਾਜ਼ ਦਾ ਵੀ ਪਤਾ ਹੋਵੇ। ਯਿਸੂ ਮਸੀਹ ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਹਿਚਾਣਦੀਆਂ ਤੇ ਕਿਸੇ ਗੈਰ ਦੇ ਮਗਰ ਨਹੀਂ। ਇਹਦਾ ਮਤਲਬ ਇਹ ਨਹੀਂ ਭੇਡ ਕਵੇ ਆ ਵੀ ਆਵਾਜ਼ ਕਰੇ ਮੇਰੇ ਮਾਲਕ ਦੀ ਹੈ, ਆ ਵੀ ਆਵਾਜ਼ ਮੇਰੇ ਮਾਲਕ ਦੀ। ਇਸ ਕਰਕੇ ਕਹਿੰਦਾ ਗਧਾ ਆਪਣੇ ਸਵਾਮੀ ਦੀ ਜਾਣਦਾ, ਬਲਦ ਆਪਣੇ ਸਵਾਮੀ ਦੀ ਬੋਲੀ ਨੂੰ ਜਾਣਦਾ ਤੇ ਗਧਾ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਹੈ। ਹਾਲੇਲੂਇਆ। ਸੋ ਕਹਿਣ ਤੋਂ ਮੁਰਾਦ ਹੈ ਕਿ ਜਦੋਂ ਅਸੀਂ ਦੂਸਰੀ ਥਾਂ ਤੇ ਸ਼ਿਫਟ ਹੁੰਦੇ ਆ ਤੇ ਸਾਨੂੰ ਇੱਕ ਸੰਗਤ ਚਾਹੀਦੀ ਹੈ। ਹਾਲੇਲੂਇਆ। ਉਹ ਫਿਰ ਅਸੀਂ ਪਾਕ ਨੂੰ ਤਾਂ ਪੁੱਛਣਾ ਕਿਸੇ ਬੰਦੇ ਦੇ ਕਹਿਣ ਦੇ ਉੱਤੇ ਨਹੀਂ। ਮੈਂ ਤਾਂ ਕਹੂੰਗਾ ਮੇਰੇ ਨਾਲ ਸੰਗਤ ਕਰੋ, ਦੂਸਰਾ ਕਹੂਗਾ ਨਹੀਂ ਮੇਰੇ ਨਾਲ ਸੰਗਤ ਕਰੋ, ਤੀਸਰਾ ਕਹੂਗਾ ਨਹੀਂ ਮੇਰੇ ਨਾਲ ਸੰਗਤ ਕਰੋ, ਚੌਥਾ ਕਹੂਗਾ ਨਹੀਂ ਤੁਸੀਂ ਮੇਰੇ ਨਾਲ ਸੰਗਤ ਕਰੋ। ਤੇ ਫਿਰ ਤੁਹਾਡਾ ਤਜਰਬਾ ਕੀ ਹੋਇਆ ਪਾਕਰੂ ਦੇ ਵਿੱਚ? ਪਾਕਰੂ ਜਿਹੜਾ ਤੁਹਾਨੂੰ ਦਿੱਤਾ ਗਿਆ ਉਹ ਤੁਹਾਨੂੰ ਸਿਖਾਏਗਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਨੂੰ ਕਾਇਲ ਕਰੇਗਾ। ਇੱਕ ਸਾਡੇ ਆਪਣੇ ਮਨ ਦੀ ਆਵਾਜ਼ ਹੁੰਦੀ ਹੈ, ਇੱਕ ਪਾਕਰੂ ਦੀ ਮੰਚਾ। ਜਿਹੜੀ ਪਾਕਰੂ ਦੀ ਮੰਚਾ ਸਾਡੇ ਮਨ ਦੀ ਆਵਾਜ਼ ਨਹੀਂ ਹੋ ਸਕਦੀ। ਕਈ ਵਾਰ ਅਸੀਂ ਆਪਣੇ ਮਨ ਦੀ ਆਵਾਜ਼ ਨੂੰ ਆਪਣਾ ਫੈਸਲਾ ਬਰਕਰਾਰ ਕਰਕੇ ਰੱਖ ਦਿੰਦੇ ਹਾਂ ਕਿ ਪਾਕਰੂ ਨੇ ਮੈਨੂੰ ਗਾਈਡ ਕੀਤਾ। ਉਦੋਂ ਅਸੀਂ ਗੁਨਾਹ ਕਰਦੇ ਹਾਂ। ਆਪਣੇ ਮਨ ਦੇ ਫੈਸਲੇ ਨੂੰ ਪਾਕਰੂ ਦੇ ਨਾਲ ਮੇਲ ਕਰ ਨਹੀਂ ਸਕਦੇ। ਅਸੀਂ ਪਾਕਰੂ ਨੂੰ ਪਾਕਰੂ ਦੀ ਤਰ੍ਹਾਂ ਲੈਣਾ ਤੇ ਪਾਕਰੂ ਕਦੇ ਵੀ ਤੁਹਾਨੂੰ ਗਲਤ ਸਲਾਹ ਨਹੀਂ ਦੇਵੇਗਾ। ਕਲਾਮ ਦੱਸਦਾ ਆ ਉਹ ਆਵੇਗਾ ਤੇ ਤੁਹਾਨੂੰ ਮੇਰੀਆਂ ਗੱਲਾਂ ਦੇ ਵਿੱਚੋਂ ਲੈ ਕੇ ਸਿਖਾਵੇਗਾ। ਉਹ ਕਦੇ ਵੀ ਆਪਣੇ ਵੱਲੋਂ ਨਹੀਂ ਬੋਲੇਗਾ। ਇਸ ਕਰਕੇ ਪਾਕਰੂ ਦਾ ਫੈਸਲਾ ਫਾਈਨਲ ਫੈਸਲਾ ਆ। ਉਹ ਕਦੇ ਵੀ ਤੁਹਾਨੂੰ ਗਲਤ ਥਾਂ ਤੇ ਸੰਗਤ ਕਰਨ ਦੇ ਨਹੀਂ ਸਕਦਾ। ਹਾਲੇਲੂਇਆ। ਉਹ ਹਮੇਸ਼ਾ ਤੁਹਾਨੂੰ ਉੱਥੇ ਹੀ ਸੰਗਤ ਵਿੱਚ ਬਿਠਾਵੇਗਾ ਜਿੱਥੇ ਤੁਸੀਂ ਸਿੱਖਿਆ ਪ੍ਰਾਪਤ ਕਰਕੇ ਮਸੀਹ ਦਾ ਬਦਨ ਬਣ ਸਕੋ। ਹਾਲੇਲੂਇਆ। ਸੋ ਉਹ ਲਗਾਤਾਰ ਕੀ ਕਰਦੇ ਰਹੇ? ਸਭ ਤੋਂ ਪਹਿਲਾ ਪੁਆਇੰਟ, ਉਹ ਸਿੱਖਿਆ ਪ੍ਰਾਪਤ ਕਰਨ 'ਚ ਲੱਗੇ ਰਹੇ। ਨੰਬਰ 2, ਸੰਗਤੀ ਕਰਨ 'ਚ ਲੱਗੇ ਰਹੇ। ਨੰਬਰ 3, ਰੋਟੀ ਤੋੜਨ 'ਚ ਲੱਗੇ ਰਹੇ। ਨੰਬਰ 4, ਨਿਤ ਪ੍ਰਾਰਥਨਾ ਕਰਨ ਦੇ ਵਿੱਚ। ਹਾਲੇਲੂਇਆ। ਆਪਣੇ ਅੱਖਾਂ ਨੂੰ ਬੰਦ ਕਰੀਏ, ਸਿਰਾਂ ਚੁਕਾਏ। ਆਉਣ ਵਾਲੇ ਸਮੇਂ ਦੇ ਤੋਂ ਅਗਲੇ ਸਿੱਧੇ ਪਰ ਕਰਾਂਗੇ। ਖੁਦਾਵੰਦ ਖੁਦਾ ਤੇਰੀ ਤਾਰੀਫ, ਤੇਰਾ ਸ਼ੁਕਰ ਕਰਦੇ ਹਾਂ ਤੇਰੇ ਲੋਕਾਂ ਦੇ ਵਾਸਤੇ। ਖੁਦਾਵੰਦ
ਤੇਰੇ ਕਲਾਮ ਦਾ ਬੀਜ ਜੋ ਤੇਰੇ ਲੋਕਾਂ ਦੇ ਜੀਵਨ 'ਚ ਬੀਜਿਆ ਗਿਆ ਖੁਦਾਵੰਦ, ਆਉਣ ਵਾਲੇ ਸਮੇਂ ਦੇ ਵਿੱਚ 100 ਗੁਣਾ ਫਲ ਲਿਆਵੇ ਖੁਦਾਵੰਦ। ਹਰੇਕ ਜ਼ਿੰਦਗੀ ਤੁਹਾਡੀ ਦੁਲਹਨ ਦੀ ਗਿਣਤੀ 'ਚ ਸ਼ਾਮਲ ਹੋ, ਤੁਹਾਡਾ ਬਦਨ ਬਣੇ ਖੁਦਾਵੰਦ। ਜੋ ਬੀਜਿਆ ਗਿਆ ਸ਼ੈਤਾਨ ਕਿਸੇ ਵੀ ਕੀਮਤ ਉੱਤੇ ਚੁਰਾ ਨਾ ਸਕੇ ਪਿਤਾ, ਬਲਕਿ ਤੇਰੇ ਲੋਕ ਤੇਰੇ ਸੁਣੇ ਹੋਏ ਕਲਾਮ ਦੇ ਨਾਲ ਬਲ ਪਾਉਣ ਖੁਦਾਵੰਦ, और तेरे नक्शे कदम ते चल सकन। साडी दुआ नूं सुनो, कबूल करो मसीह यसू दे नाम दे विच आमीन। हुण साडे खुदावंद यसू मसीह दा फजल, खुदा बाप दी मोहब्बत, पाक रूह दी संगत हुण तो लैके हमेशा तक उहदे तमाम लोकां दे नाल हुंदी रहे। आमीन। हालेलुया।